ਸਮਾਂ ਕੱਢਿਆ। ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਕੱਲ੍ਹ ਅਸੀਂ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਵੱਡਾ ਸਕੈਂਡਲ ਬੀਜਾਂ ਦਾ ਪੰਜਾਬ ਦੇ ਵਿੱਚ ਹੋਇਆ, ਉਹਨੂੰ ਲੈ ਕੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਸਾਰੇ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਸਾਡੀ ਪਾਰਟੀ ਦੇ, ਜ਼ਿਲ੍ਹਾ ਜਥੇਦਾਰ, MLA, ਸਾਬਕਾ MLA, MP ਸਾਹਿਬਾਨ, ਸਾਬਕਾ MP, ਇੱਕ ਡੈਲੀਗੇਸ਼ਨ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕੱਲ੍ਹ ਸਵੇਰੇ 11 ਵਜੇ ਮਿਲ ਰਿਹਾ, ਜਿਹਦੇ ਵਿੱਚ ਸਾਰਾ ਹੀ ਜਿਹੜਾ ਇਹ ਸਕੈਂਡਲ ਆ ਉਹਦਾ ਵਿਸਥਾਰ ਦੇ ਵਿੱਚ ਅਸੀਂ ਮੈਮੋਰੈਂਡਮ ਦੇ ਕੇ ਤੇ ਇਹਦੇ ਉੱਤੇ ਉੱਚ ਪੱਧਰੀ ਜਾਂਚ ਦੀ ਮੰਗ ਜਿਹੜੀ ਆ ਉਹ ਕਰ ਰਹੇ, ਕਿਉਂਕਿ ਸਮਾਂ ਇਸ ਵੇਲੇ ਹੈਲਥ ਪੁਆਇੰਟ ਆਫ ਵਿਊ ਤੋਂ ਥੋੜ੍ਹਾ ਨਾਜ਼ੁਕ ਹੈ। ਇਸ ਕਰਕੇ ਵੱਡੇ ਇਕੱਠ ਨਹੀਂ ਹੋ ਸਕਦੇ, ਪਰ ਸਿੰਬੋਲਿਕ ਤੌਰ ਦੇ ਉੱਤੇ ਜਿਹੜੇ ਸਾਡੇ ਨੁਮਾਇੰਦੇ ਆ ਉਹ ਪ੍ਰਧਾਨ ਸਾਹਿਬ ਦੀਆਂ ਹਦਾਇਤਾਂ ਹੋਈਆਂ ਕਿ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਸਿਰਫ ਜ਼ਿੰਮੇਵਾਰ ਸੱਜਣ ਆਪ ਜਾ ਕੇ ਉਹ ਕੱਲ੍ਹ ਨੂੰ ਉਹਦੇ 'ਤੇ ਮੈਮੋਰੈਂਡਮ ਦੇਣਗੇ, ਕਿਉਂਕਿ ਇਹ ਜਿਹੜਾ ਮਸਲਾ ਇਹ ਬਹੁਤ ਗੰਭੀਰ ਆ ਔਰ ਜਿਸ ਤਰੀਕੇ ਮਸਲਾ ਟੈਕਲ ਕੀਤਾ ਜਾ ਰਿਹਾ ਉਹਦੇ ਤੋਂ ਹੋਰ ਵੀ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ ਕਿ ਸਰਕਾਰ ਦੀ ਜਿਹੜੀ ਮਨਸ਼ਾ ਉਹ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਨਹੀਂ ਲੱਗਦੀ, ਕਿਉਂਕਿ ਇਸ਼ੂ ਹਾਲੇ ਵੀ ਉੱਥੇ ਹੀ ਖੜਾ ਕਿ FIR ਹੋ ਗਈ ਆ, FIR ਹੋਈ ਵੇਚਣ ਵਾਲੇ ਦੁਕਾਨਦਾਰ ਤੇ, ਉਹਦੇ ਤੇ ਵੀ ਹੋਣੀ ਚਾਹੀਦੀ ਹੈ, ਪਰ ਜਿਹੜਾ ਮਾਲ ਉੱਥੋਂ ਫੜਿਆ ਗਿਆ, ਜਿਸ ਕੰਪਨੀ ਦਾ ਮਾਲ ਫੜਿਆ ਗਿਆ, ਉਹਦੇ ਤੇ ਹਾਲੇ ਤੱਕ ਰੇਡ ਨਹੀਂ ਕੀਤੀ ਗਈ। ਇਹ ਬਹੁਤ ਵੱਡੇ ਕੁਐਸਚਨ ਖੜੇ ਕਰਦੀ ਹੈ ਕਿ ਕੌਣ ਰੋਕ ਰਿਹਾ ਸਰਕਾਰ ਦੇ ਵਿੱਚ। ਐਡਾ ਵੱਡਾ ਗੰਭੀਰ ਮਸਲਾ ਹੋਵੇ, ਤੁਹਾਡਾ ਡਿਪਾਰਟਮੈਂਟ ਮੰਨ ਰਿਹਾ ਹੈ ਕਿ ਸਾਰੀ ਨਿਯਮਾਂ ਦੀ ਉਲੰਘਣਾ ਹੋਈ ਹੈ, ਜਾਲੀ ਬੀਜ ਵੇਚਿਆ ਜਾ ਰਿਹਾ, ਯੂਨੀਵਰਸਿਟੀ ਮੰਨ ਰਹੀ ਹੈ ਕਿ ਸਿਰਫ ਸੀਮਤ ਜਿਹਾ ਬੀਜ ਅਸੀਂ ਕਿਸਾਨਾਂ ਨੂੰ ਦਿੱਤਾ ਸੀ ਤੇ ਇੰਨੇ ਦਿਨਾਂ ਦੇ ਵਿੱਚ ਮਲਟੀਪਲਾਈ ਕਿਵੇਂ ਹੋ ਗਿਆ, ਸੈਂਕੜੇ ਕੁਇੰਟਲ ਕਿਵੇਂ ਬਣ ਗਿਆ। ਇਹ ਕਿਸੇ ਵੀ ਵਿਗਿਆਨਕ ਤਰਕ ਦੇ ਉੱਤੇ ਇਹ ਗੱਲ ਪੂਰੀ ਨਹੀਂ ਉਤਰਦੀ, ਪਰ ਹੈਰਾਨੀ ਹੈ ਕਿ ਜਿਹੜੀ ਅਸਲੀ ਪਹਿਲ ਹੋਣੀ ਚਾਹੀਦੀ ਸੀ ਕਿ ਇਮੀਡੀਏਟਲੀ ਕਰਨਾਲ ਸੀਡ ਜਿਹੜੀ ਹੈਗੀ ਆ ਐਗਰੀ ਸੀਡਸ, ਉਹਦੇ 'ਤੇ ਰੇਡ ਹੁੰਦੀ, ਉਹਦੇ ਜਿਹੜੇ ਕੰਪਨੀ ਦੇ ਮਾਲਕ ਹੈ ਉਹਨਾਂ ਦੀ ਗ੍ਰਿਫਤਾਰੀ ਹੁੰਦੀ, ਉਹਨਾਂ ਦਾ ਫਾਰਮ ਚੈੱਕ ਕੀਤਾ ਜਾਂਦਾ ਕਿ ਕਿੱਥੇ ਉਹਨਾਂ ਨੇ ਮਲਟੀਪਲਾਈ ਕੀਤਾ, ਉਹਨਾਂ ਦਾ ਰਿਕਾਰਡ ਸਾਰਾ ਚੈੱਕ ਕੀਤਾ ਜਾਂਦਾ ਕਿ ਇੰਨੇ ਕੁਇੰਟਲ ਜਿਹੜੀ ਆ ਉਹਨਾਂ ਨੇ ਕਿੱਥੋਂ ਬਣਾ ਕੇ ਜਾਲੀ ਵੇਚ ਦਿੱਤੀ। ਹਾਲੇ ਤੱਕ ਉਸ ਪਾਸੇ ਜਿਹੜਾ ਨਹੀਂ ਹੋਇਆ, ਉਹਨੂੰ ਪੂਰਾ ਸਮਾਂ ਦਿੱਤਾ ਜਾ ਰਿਹਾ ਕਿ ਪਹਿਲਾਂ ਤੂੰ ਸਬੂਤ ਆਪਣੇ ਨਸ਼ਟ ਕਰ ਲੈ, ਸਰਕਮਸਟੈਂਸ਼ੀਅਲ ਐਵੀਡੈਂਸ ਖਤਮ ਕਰ ਲੈ, ਦੂਜਾ ਉਹਨੂੰ ਸਮਾਂ ਦਿੱਤਾ ਜਾ ਰਿਹਾ ਕਿ ਤੂੰ ਮੀਡੀਆ ਕਾਨਫਰੰਸ ਕਰਕੇ ਖੁੱਲ੍ਹ ਕੇ ਜੋ ਚਿੱਕੜ ਦੂਜਿਆਂ 'ਤੇ ਸੁੱਟਣਾ ਉਹ ਸੁੱਟ ਕੇ ਲੋਕਾਂ ਦੇ ਵਿੱਚ ਹਮਦਰਦੀ ਪੈਦਾ ਕਰਨੀ ਹੈ ਤਾਂ ਉਹ ਵੀ ਕਰ ਲੈ। ਇਹ ਰਿਆਇਤਾਂ ਕਿਸੇ ਆਮ ਬੰਦੇ ਨੂੰ ਨਹੀਂ ਮਿਲਦੀਆਂ ਹੁੰਦੀਆਂ, ਕਿਉਂਕਿ ਆਮ ਬੰਦੇ ਦੇ ਉੱਤੇ 751 ਦਾ ਕੇਸ ਦਰਜ ਹੋ ਜਾਵੇ ਤੇ ਉਹ ਉਹਨੇ ਨਾਲ ਹੀ ਉਹਨੂੰ ਭਾਜਣਾ ਪੈ ਜਾਂਦੀਆਂ, ਉਹਨੂੰ ਕਿਸੇ ਰਿਸ਼ਤੇਦਾਰ ਦੇ ਘਰ ਵੀ ਰਹਿਣਾ ਔਖਾ ਹੋ ਜਾਂਦਾ। ਤੇ ਜਿਸ ਬੰਦੇ ਦੇ ਉੱਤੇ ਐਡਾ ਵੱਡਾ ਜਾਲੀ ਬੀਜ ਸਪਲਾਈ ਕਰਨ ਦਾ ਦੋਸ਼ ਲੱਗਿਆ ਹੋਵੇ, ਉਹਦਾ ਮਾਲ ਫੜਿਆ ਗਿਆ ਹੋਵੇ, ਉਹਨੂੰ ਪਤਾ ਹੋਵੇ ਕਿ ਇਸ ਤੋਂ ਬਾਅਦ ਪੁਲਿਸ ਮੇਰੇ ਕੋਲ ਆ ਸਕਦੀ ਹੈ ਤੇ ਉਹਨੂੰ ਇਹ ਫਰੀਡਮ ਹੋਵੇ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਤੇ ਉੱਥੇ ਜਿਹੜਾ ਦੂਜਿਆਂ ਦੇ ਉੱਤੇ ਚਿੱਕੜ ਸੁੱਟੇ, ਇਹ ਜਿਹੜੀ ਚੀਜ਼ ਹੈ ਇਹ ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਨਹੀਂ ਹੋ ਸਕਦੀ। ਇਹ ਗੱਲ ਅੱਜ ਅਸੀਂ ਫਿਰ ਦੁਬਾਰਾ ਰਿਪੀਟ ਕਰਦੇ ਹਾਂ ਔਰ ਮੁੱਖ ਮੰਤਰੀ ਸਾਹਿਬ ਤੋਂ ਵੀ ਤੇ ਕੈਬਨਿਟ ਤੋਂ ਵੀ ਅੱਜ ਚੱਲ ਰਹੀ ਇਹਦਾ ਜਵਾਬ ਵੀ ਪੁੱਛਦੇ ਹਾਂ ਕਿ ਇਹ ਇਕੱਲਾ ਸਾਡੇ ਨਾਲ ਨਹੀਂ, ਸਾਰੀ ਪੰਜਾਬ ਦੀ ਕਿਸਾਨੀ ਦੇ ਨਾਲ ਬਹੁਤ ਵੱਡਾ ਇਹ ਧੋਖਾ। ਅੱਜ ਮੈਂ ਸੁਣਿਆ ਸੀ ਮੰਤਰੀ ਸਾਹਿਬ ਥੋੜ੍ਹਾ ਜਿਹਾ ਬਿਆਨ ਦੇ ਰਹੇ ਸੀ ਔਰ ਮੈਂ ਸੁਣ ਕੇ ਹੈਰਾਨ ਸੀ ਕਿ ਮੰਤਰੀ ਸਾਹਿਬ ਨੇ ਬੜੀ ਖੋਜ ਕਰਕੇ ਤੇ ਉਹਦਾ ਵੇਰਵਾ ਦਿੱਤਾ ਕਿ ਇਹਦਾ ਫਾਦਰ ਜਿਹੜਾ ਹੈਗਾ ਉਹ ਅਕਾਲੀ ਸੀ। ਦੱਸੋ ਅਸੀਂ ਕੋਈ ਫਾਦਰ ਦੇ ਉੱਤੇ ਕਿਸੇ ਤਰ੍ਹਾਂ ਦੀ ਐਲੀਗੇਸ਼ਨ ਲਾਈ? ਜੇ ਉਹ ਅਕਾਲੀ ਸੀ, ਬਾਦਲ ਸਾਹਿਬ ਦੀ ਚਿੱਠੀ ਵੀ ਦਿਖਾਈ ਭਈ 2012 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਬਾਦਲ ਸਾਹਿਬ ਨੇ ਸ਼ੋਕ ਸੰਦੇਸ਼ ਭੇਜਿਆ ਸੀ। ਕੋਈ ਮਾੜੀ ਗੱਲ ਨਹੀਂ, ਉਹ ਵਧੀਆ ਇਨਸਾਨ ਸੀ, ਜੇ ਆਪਣੀ ਰੋਟੀ ਰੋਜੀ ਕਮਾਉਂਦਾ ਸੀ, ਕੁਲਫੀਆਂ ਵੇਚ ਕੇ ਆਪਣਾ ਉਹਨੇ ਵਧੀਆ ਕਾਰੋਬਾਰ ਇਮਾਨਦਾਰੀ ਦਾ ਸੈੱਟ ਕੀਤਾ ਸੀ। ਅਕਾਲੀ ਦਲ ਦੇ ਵਿੱਚ ਕੰਮ ਕਰਦਾ ਸੀ, ਜੇ ਕਿਸੇ ਹੋਰ ਪਾਰਟੀ 'ਚ ਕੰਮ ਕਰਦਾ ਸੀ, ਉਹਦੇ
ਭੋਗ ਤੇ ਕਿਸੇ ਨਾਲ ਹਮਦਰਦੀ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਅਸੀਂ ਤਾਂ ਜਿਹੜੀ ਨਾਰਾਜ਼ਗੀ ਗੱਲ ਪ੍ਰਗਟ ਕੀਤੀ ਹੈ 2020 ਦੇ ਵਿੱਚ ਜਿਹੜਾ ਸਕੈਂਡਲ ਕੀਤਾ ਉਹਦੇ ਬੇਟੇ ਨੇ, ਉਹਦੇ ਤੇ ਸਵਾਲ ਚੁੱਕਿਆ। 2012 ਦੇ ਵਿੱਚ ਫਾਦਰ ਖਤਮ ਹੋ ਗਿਆ, ਫਾਦਰ ਤੇ ਕਿਸੇ ਨੇ ਅੱਜ ਦੀ ਐਲੀਗੇਸ਼ਨ ਨਹੀਂ ਲਾਈ। ਉਹ ਕਿਹੜੀ ਪਾਰਟੀ 'ਚ ਸੀ, ਸਾਡੀ 'ਚ ਸੀ ਤਾਂ ਜੀ ਹੈ, ਚੰਗਾ ਇਨਸਾਨ ਸੀ। ਇਹ ਤਾਂ ਬਾਦਲ ਸਾਹਿਬ ਤੋਂ ਸਿੱਖਣ ਨਾ ਵੀ ਜੇ ਇਸ ਲੈਵਲ ਦੇ ਵਰਕਰ ਦੀ ਵੀ ਡੈਥ ਹੁੰਦੀ ਹੈ ਤੇ ਉਹਦੇ ਨਾਲ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨੀ, ਸਪੈਸ਼ਲੀ ਸੰਦੇਸ਼ ਭੇਜਣਾ, ਤਾਂ ਚੰਗੇ ਸੰਸਕਾਰ ਨੇ ਜਿਹੜੇ ਸਿੱਖਣੇ ਚਾਹੀਦੇ ਸਾਨੂੰ ਸਾਰਿਆਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ। ਇਸ ਡਾਕੂਮੈਂਟ ਨੂੰ ਲੈ ਕੇ ਤੇ ਤੁਸੀਂ ਬਾਕੀ ਜਿਹੜੀ ਵੱਡੀ ਫੌਜਰੀ ਹੋਈ ਹੈ, ਜਾਲਸਾਜ਼ੀ ਹੋਈ ਹੈ, ਧੋਖਾਧੜੀ ਹੋਈ ਹੈ, ਕਿਸਾਨੀ ਦੀ ਲੁੱਟ ਹੋਈ ਹੈ, ਉਹਦੇ ਨਾਲ ਕਿੱਦਾਂ ਕੰਪੇਅਰ ਕਰ ਲੋਗੇ? ਉਹਦਾ ਜਵਾਬ ਅੱਜ ਤੱਕ ਨਾ ਮੰਤਰੀ ਜੀ ਦੇ ਸਕੇ। ਕਦੀ ਡੇਟ ਦੱਸੀ ਜਾਂਦੇ ਲਾਇਸੈਂਸ ਦੀ, ਵੀ ਦੱਸੋ ਲਾਇਸੈਂਸ ਕਿਸੇ ਨੂੰ ਵੀ ਮਿਲ ਸਕਦਾ ਕਿ ਅੱਜ ਕਾਂਗਰਸ ਦਾ ਰਾਜ ਹੈ ਤੇ ਤੁਸੀਂ ਕਿਸੇ ਅਕਾਲੀ ਦਲ ਵਾਲੇ ਨੂੰ ਜਾਂ ਬੀਜੇਪੀ ਵਾਲੇ ਨੂੰ ਜਾਂ ਬਹੁਜਨ ਸਮਾਜ ਪਾਰਟੀ ਵਾਲੇ ਨੂੰ ਜੇ ਕੋਈ ਕਾਰੋਬਾਰ ਕਰਨਾ ਚਾਹਵੇ ਤਾਂ ਲਾਇਸੈਂਸ ਨਹੀਂ ਦਿਓਗੇ? ਲਾਇਸੈਂਸ ਆਫੀਸ਼ੀਅਲ ਲੈਵਲ ਦੇ ਉੱਤੇ ਡਾਇਰੈਕਟਰ ਲੈਵਲ ਤੱਕ ਦਾ ਇੱਕ ਪ੍ਰੋਸੀਜਰ ਹੈ, ਕੋਈ ਕੈਬਨਿਟ ਦਾ ਡਿਸੀਜਨ ਨਹੀਂ ਹੈ, ਕੋਈ ਪਾਲਿਸੀ ਮੈਟਰ ਨਹੀਂ ਹੈ ਕਿ ਜਿੱਥੇ ਵੱਖਰਾ ਫੈਸਲਾ ਕੋਈ ਜਿਹੜਾ ਮਿਨਿਸਟਰੀ ਨੇ ਕਰਨਾ ਹੋਵੇ। ਲਾਇਸੈਂਸ ਨੂੰ ਕਿਸੇ ਨੇ ਕੁਐਸਚਨ ਨਹੀਂ ਕੀਤਾ, ਪਰ ਲਾਇਸੈਂਸ ਲੈ ਕੇ ਤੇ ਗੈਰ ਕਾਨੂੰਨੀ ਕੰਮ ਕਰਨਾ ਇਹ ਬਹੁਤ ਵੱਡਾ ਗੁਨਾਹ ਹੈ। ਲਾਇਸੈਂਸ ਤਾਂ ਡਿਪਾਰਟਮੈਂਟ ਨੇ ਇਸ਼ੂ ਕਰਨਾ, ਕੋਈ ਵੀ ਅਪਲਾਈ ਕਰ ਦੇਵੇ, ਕਿਸੇ ਪਾਰਟੀ ਦਾ ਨਾਮ ਹੀ ਹੋਵੇ ਤਾਂ ਵੀ ਅਪਲਾਈ ਕਰੇ, ਜੇ ਕਿਸੇ ਪਾਰਟੀ ਦਾ ਹੈਗਾ ਤਾਂ ਵੀ ਅਪਲਾਈ ਕਰੇ। ਕੋਈ ਨੇਕ ਨੀਤੀ ਦੇ ਨਾਲ ਕਾਰੋਬਾਰ ਕਰਨਾ ਚਾਹੁੰਦਾ ਉਹ ਲਾਇਸੈਂਸ ਅਪਲਾਈ ਕਰ ਸਕਦਾ, ਉਹਦੇ ਵਾਸਤੇ ਸੈੱਟ ਰੂਲਸ ਨੇ, ਪ੍ਰੋਸੀਜਰਸ ਨੇ, ਉਹ ਆਪਣਾ ਪੂਰੀ ਕਰੇ ਉਹਨਾਂ ਨੂੰ ਤੇ ਆਪਣਾ ਲਾਇਸੈਂਸ ਲੈ ਲਵੇ। ਇਹਦਾ ਮਤਲਬ ਇਹ ਹੈ ਕਿ ਜੇ ਉਹ ਸਰਕਾਰ ਵੇਲੇ ਲਾਇਸੈਂਸ ਇਸ਼ੂ ਹੋ ਗਿਆ ਤੇ ਕੀ ਹੁਣ ਦੀ ਸਰਕਾਰ 'ਚ ਕਿਸੇ ਹੋਰ ਪਾਰਟੀ ਨੂੰ ਲਾਇਸੈਂਸ ਨਹੀਂ ਇਸ਼ੂ ਹੁੰਦਾ? ਇਹਨਾਂ ਚੀਜ਼ਾਂ ਦੇ ਨਾਲ ਇਹ ਜਿਹੜਾ ਬਹੁਤ ਵੱਡਾ ਸਕੈਂਡਲ ਹੈ, ਇਹਨੂੰ ਪਰਦਾ ਨਹੀਂ ਪਾਉਣਾ ਚਾਹੀਦਾ। ਦੇਖੋ ਦੁੱਖ ਇਸ ਗੱਲ ਦਾ, ਯੂਨੀਵਰਸਿਟੀ ਤਾਂ ਵੇਚਦੀ ਪਈ ਆ, ਇੰਨਾ ਰਿਸਰਚ 'ਤੇ ਖਰਚਾ ਕਰਕੇ, ਇੰਨਾ ਕੁਝ ਖਰਚਾ ਕਰਕੇ, ਤੇ ਯੂਨੀਵਰਸਿਟੀ ਵੇਚਦੀ ਪਈ 70 ਰੁਪਏ ਕਿਲੋ ਥੋੜ੍ਹਾ ਜਿਹਾ ਬੀਜ, ਵੀ ਹਾਲੇ ਤੁਸੀਂ ਇਹਨੂੰ ਬੀਜੋ, ਹਾਲੇ ਉਹਨਾਂ ਨੇ ਉਹਨੂੰ ਅੱਗੋਂ ਫਿਰ ਅੰਡਰ ਸੁਪਰਵਿਜ਼ਨ ਰੱਖਣਾ, ਸਟੱਡੀ ਕਰਨਾ। ਯੂਨੀਵਰਸਿਟੀ ਦਾ ਕਿੰਨਾ ਵੱਡਾ ਖਰਚਾ ਰਿਸਰਚ ਦੇ ਉੱਤੇ, ਉਹ 70 ਰੁਪਏ ਕਿਲੋ ਵੇਚ ਰਹੇ ਆ, ਤੇ ਇੱਕ ਬੰਦਾ ਪਤਾ ਨਹੀਂ ਕਿਹੜਾ ਚੀਜ਼ ਭਰ ਕੇ ਉਸੇ ਟੋੜੇ ਦੇ ਵਿੱਚ ਤੇ ਉਹਦਾ ਹੀ ਨਾਂ ਲਿਖ ਕੇ ਤੇ ਉਹ ਵੇਚ ਰਿਹਾ 20,000 ਰੁਪਏ ਕੁਇੰਟਲ। 20,000 ਰੁਪਏ ਕੁਇੰਟਲ FIR ਦੇ ਵਿੱਚ ਹੀ ਲਿਖਿਆ ਨਾ, 200 ਰੁਪਏ ਕਿਲੋ, 100 ਨਾਲ ਮਲਟੀਪਲਾਈ ਕਰ ਲਓ। ਤੁਸੀਂ 20,000 ਰੁਪਏ ਕੁਇੰਟਲ ਚੀਜ਼ ਵੇਚੀ ਹੈ ਮਾਰਕੀਟ ਦੇ ਵਿੱਚ। ਇੱਕ ਤਾਂ ਸਿੱਧੀ ਗੱਲ ਹੈ ਕਿ ਮੁਨਾਫਾਖੋਰੀ ਕਿੰਨੀ ਹੈ, ਦੂਜੀ ਗੱਲ ਹੈ ਕਿ ਉਹਦੇ ਵਿੱਚ ਕੀ ਹੈ, ਚੀਜ਼ ਬਣੀ ਇੰਨੀ ਕੁ ਤੇ ਕੁਇੰਟਲਾਂ ਦੇ ਵਿੱਚ ਪੈਕ ਹੋ ਗਈ, ਉਹਦੇ 'ਚ ਅਸਲੀ ਕਿੰਨੀ ਹੈ, ਨਕਲੀ ਕਿੰਨੀ ਹੈ। ਤੇ ਜਿੰਨੇ ਵਿਚਾਰੇ ਨੇ ਲੈ ਕੇ ਉਹ ਬੀਜ ਲਈ, ਉਹਨੂੰ ਅੱਗੇ ਕੋਈ ਚੁੱਕੂਗਾ ਮੰਡੀ 'ਚੋਂ ਕਿ ਨਹੀਂ ਚੁੱਕੂਗਾ, ਉੱਥੇ ਰੌਲਾ ਪੈਣਾ ਵੀ ਕਿਹੜਾ ਬੀਜ ਆ। ਉਹ ਕਹੂਗਾ PL 129 128, ਉਹ ਕਹਿਣਗੇ ਤਾਂ ਹੈ ਹੀ ਨਹੀਂ, ਤਾਂ ਹੋਰ ਆ। ਕਿਉਂਕਿ ਜਦੋਂ ਯੂਨੀਵਰਸਿਟੀ ਕਹਿੰਦੀ ਹੈ ਕਿ ਹਾਲੇ ਇੰਨਾ ਕੋਈ ਬੀਜ ਬਣਾਇਆ ਤੇ ਸੈਂਕੜੇ ਕੁਇੰਟਲ ਤੇ ਇੱਥੇ ਫੜੇ ਗਏ, ਤੇ ਬਾਕੀ ਪੰਜਾਬ 'ਚ ਕਿਸੇ ਨੇ ਰੇਟ ਨਹੀਂ ਕੀਤੇ, ਸਾਰੇ ਪੰਜਾਬ ਦੇ ਵਿੱਚ ਉਹਦੀ ਵਿਕਰੀ ਹੋਈ ਬੀਜ ਦੀ। ਤੇ ਕਿਹੜਾ ਮਾਰਕ ਆ ਉਹਦੇ ਵਿੱਚ ਜਿਹੜਾ ਬਾਹਰ ਲਾ ਕੇ ਅੰਦਰ ਕੀ ਭਰਿਆ ਉਹਦੇ, ਉਹ ਵੀ ਤਾਂ ਦੱਸਣ ਦਾ ਨਾਲ। ਇਮਾਨਦਾਰੀ ਤਾਂ ਇੱਥੇ ਖੜੀ ਆ ਤੇ ਹੁਣੇ ਜ਼ਿਮੀਂਦਾਰ ਨੂੰ ਦੱਸ ਦਿਓ ਜਿਹੜੇ ਵਿਚਾਰਾ ਹਾਲੇ ਵੀ ਮੌਕਾ ਹੈਗਾ ਦੁਬਾਰਾ ਬੀਜ ਲਵੇ। ਗੌਰਮੈਂਟ ਦੀ ਇੰਨੀ ਤਾਂ ਡਿਊਟੀ ਬਣਦੀ ਹੈ ਕਿ ਜੇ ਤੁਸੀਂ ਪਹਿਲਾਂ ਸਕੈਂਡਲ ਨੂੰ ਨਹੀਂ ਰੋਕ ਸਕੇ, ਘੱਟੋ ਘੱਟ ਹੁਣ ਤੁਸੀਂ ਆ ਰੋਕ ਸਕਦੇ ਹੋ ਵੀ ਜਿੰਨੇ ਭਾਈ ਇਹਦੇ ਕੋਲ ਬੀਜਿਆ ਇਹ ਗਲਤ ਨਿਕਲਿਆ, ਫਟਾਫਟ ਨੂੰ ਟੈਸਟ ਕਰਕੇ ਲੋਕਾਂ ਨੂੰ ਦੱਸ ਦਿਓ ਵੀ ਦੁਬਾਰਾ ਬੀਜ ਲੈ ਕੇ, ਕੋਈ ਨਹੀਂ 10 ਦਿਨ ਲੇਟ ਹੋ ਜਾਏਗਾ, ਦੁਬਾਰਾ ਦੂਜਾ ਲਾ ਲਓ, ਕਿਉਂਕਿ 6 ਮਹੀਨਿਆਂ ਬਾਅਦ ਇਹ ਫਿਰ ਲੁੱਟਿਆ ਜਾਏਗਾ ਦੁਬਾਰਾ ਕਿਸਾਨ। ਤੇ ਇਸ ਕਰਕੇ ਮੈਂ ਮੰਤਰੀ ਜੀ ਤੋਂ ਮੈਂ ਚਾਹੁੰਦਾ ਸੀ ਵੀ ਕਾਫੀ ਦਿਨਾਂ ਬਾਅਦ ਬੋਲੇ, ਤੇ ਮੈਨੂੰ ਅੱਜ ਸੀਗਾ ਵੀ ਕਾਫੀ ਕੁਝ ਲੈ ਕੇ ਆਉਣਗੇ। ਅਸੀਂ ਬੜੀ ਉਹਨਾਂ ਦੀ ਜਿਹੜੀ ਹੈ ਇੰਤਜ਼ਾਰ ਕੀਤੀ ਵੀ ਛੇਤੀ ਆਉਣ, ਪਰ ਅੱਜ ਉਹਨਾਂ ਨੇ ਆ ਕੇ ਨਿਰਾਸ਼ ਕੀਤਾ ਸਾਨੂੰ ਇਸ ਪੱਖ ਤੋਂ ਕਿ ਕੋਈ ਵੀ ਠੋਸ ਆਨਸਰ ਜਿਹੜਾ ਹੈਗਾ ਉਹ ਨਹੀਂ ਦੇ ਪਾਏ। ਇਸ ਕਰਕੇ ਅੱਜ ਫਿਰ ਅਸੀਂ ਰਿਪੀਟ ਕਰਦੇ ਹਾਂ ਗੌਰਮੈਂਟ ਕੋਲੇ ਕਿ ਇਹਦੀ ਇੰਡੀਪੈਂਡੈਂਟ ਹਾਈ ਲੈਵਲ ਤੇ ਇਨਕੁਆਇਰੀ ਹੋਣੀ ਚਾਹੀਦੀ। ਮੰਤਰੀ ਵੀ ਕਹਿ ਰਹੇ ਨੇ, ਮੰਤਰੀ ਜੀ ਵੀ ਕਹਿ ਰਹੇ ਨੇ ਵੀ ਅੱਜ ਕੈਬਨਿਟ 'ਚ ਫੈਸਲੇ ਕਰ ਦੇਣ ਨਾ, ਕੋਈ ਸੁਪਰੀਮ ਕੋਰਟ ਦਾ ਜੱਜ ਜਿਹੜਾ ਲਾਉਣਾ ਅੱਜ ਫੈਸਲੇ ਕਰ ਦੇਣ, ਹਾਈ ਕੋਰਟ ਦਾ ਜੱਜ ਲਾ ਦੇਣ, ਚੰਗੀ ਗੱਲ ਹੈ ਕਹਿ ਰਹੇ ਨੇ। ਤੇ ਅਸੀਂ ਫਿਰ ਉਹਨਾਂ ਦੇ ਸਪੋਰਟਰ ਅੱਜ ਇਹ ਪਹਿਲੀ ਵਾਰੀ ਹੋਣਾ ਮੇਰੇ ਖਿਆਲ, ਮੈਂ ਮਜੀਠਾ ਸਾਹਿਬ ਦੀ ਵੀ ਸਪੋਰਟ ਕਰਾ ਦੇਣਾ ਵੀ ਅਸੀਂ ਵੀ ਸਪੋਰਟ ਕਰਦੇ ਹਾਂ ਵੀ ਅੱਜ ਹੀ ਫੈਸਲਾ ਕਰ ਦੇਣ ਕਿ ਹਾਈ ਕੋਰਟ ਦਾ ਸਿਟਿੰਗ ਜੱਜ ਇਹਦੀ ਇਨਕੁਆਇਰੀ ਕਰੇਗਾ ਸਾਰੇ ਸਕੈਂਡਲ ਦੀ, ਤਾਂ ਅਸੀਂ ਉਹਨਾਂ ਦੇ ਨਾਲ। ਪਰ ਹੁਣ ਤਾਂ ਜਦ ਮੰਤਰੀ ਵੀ ਮੰਗ ਰਿਹਾ, ਤੁਸੀਂ ਵੀ ਡਿਮਾਂਡ ਕਰ ਰਹੇ ਹੋ, ਸਰਕਾਰ ਨੂੰ ਦੇ ਦੇਣੀ ਚਾਹੀਦੀ। ਨਹੀਂ ਦੇਣੀ ਚਾਹੀਦੀ, ਮੈਂ ਤਾਂ ਕਿਹਾ ਸਾਡਾ ਕੋਈ ਹੈ ਹੀ ਨਹੀਂ।
ਅਸੀਂ ਤਾਂ ਧੰਨਵਾਦ ਕਰਾਂਗੇ ਉਹਨਾਂ ਦਾ ਵੀ ਜੇ ਕੋਈ ਤੁਸੀਂ ਅੱਜ ਦਾ ਮੁੱਦਾ ਉਠਾ ਕੇ ਦੀ ਹਾਈ ਕੋਰਟ ਤੋਂ ਜਾਂਚ ਕਰਾ ਦਿਓ। ਆ ਦੱਸਦਾ ਜੋ ਵੀ ਇੰਨੇ ਦਿਨਾਂ 'ਚ ਬੀਜ ਐਡਾ ਵੱਡਾ ਬਣ ਕਿੱਥੇ ਗਿਆ। ਕੋਈ ਮੈਂ ਵੀ ਸਾਇੰਸ ਦਾ ਵਿਦਿਆਰਥੀ ਹਾਂ, ਕੋਈ ਤਰੀਕਾ ਤਾਂ ਦੱਸ ਦਿਓ ਨਾ ਵੀ ਮਈ ਦੇ ਵਿੱਚ ਯੂਨੀਵਰਸਿਟੀ ਵਾਲੇ ਦਿੰਦੀ ਪਈ ਹੈ ਤੇ ਉਹ ਐਡੀ ਛੇਤੀ ਮਲਟੀਪਲਾਈ ਵੀ ਹੋ ਗਿਆ, ਕਿੱਦਾਂ ਹੋ ਗਿਆ? ਇਹਦਾ ਕੋਈ ਨਾ ਕੋਈ ਸਾਇੰਟੀਫਿਕ ਤਰੀਕਾ ਤਾਂ ਸਾਨੂੰ ਸਮਝਾਓ ਨਾ ਤਾਂ ਯੂਨੀਵਰਸਿਟੀ ਸਮਝਾ ਪਾ ਰਹੀ ਹੋ ਕਿ ਹੋਰ ਨਹੀਂ ਹੋ ਸਕਦਾ। ਤੇ ਇਹਨਾਂ ਦੇ ਉੱਥੇ ਕਿਹੜਾ ਤਰੀਕਾ ਫਾਰਮ ਦੇ ਵਿੱਚ ਮਿੱਟੀ ਵੀ ਸਾਡੇ ਗੁਰਦਾਸਪੁਰ ਦੀ ਹੈ, ਮੈਨੂੰ ਪਤਾ ਵੀ ਉੱਥੇ ਵੱਖਰਾ ਤੱਤ ਕੋਈ ਨਹੀਂ। ਤੇ ਇਹ ਕਿਹੜੀ ਚੀਜ਼ ਜਿਹੜੀ ਹੈਗੀ ਆ ਵੀ ਉੱਥੇ ਸਾਨੂੰ ਦੱਸਣ ਤਾਂ ਸਹੀ। सर उन्होंने कहा है कि टाइम बोर्ड जांच होनी चाहिए, सरकार कैबिनेट में वो मांग करेंगे और यदि उनकी भूमिका इसमें निकलती है तो वो इस्तीफा देने को जा रहा है, ये उन्होंने कहा है। कौन करेगा? नहीं एक्चुअली तो चलो अच्छी गल उन्होंने कही। एक्चुअली होंगे कि जो एलिगेशन लग जाए इस्तीफा दे देना चाहिए, दफा करो, कल ठीक हो जाए फिर बन जाओ। ये की लोड़ होंगी है, वेट ही नहीं करनी चाहिए कोई मिनिस्ट्री छड़दा होगा? कि कौन ये की रखा। जांच करूंगा। ਅਸੀਂ ਕਹਿੰਦੇ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ ਜੀ, ਕਿਉਂਕਿ ਛੋਟੀ ਜਿਹੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਇਸ ਕਰਕੇ ਅੱਜ ਮੈਂ ਤੇ ਥੋੜ੍ਹਾ ਜਿਹਾ ਨਾਰਾਜ਼ ਸੀ। ਬਾਕੀ ਮਜੀਠੀਆ ਸਾਹਿਬ ਕੋਲੇ ਠੀਕ ਹੈ ਜੀ, ਨਹੀਂ ਨਹੀਂ ਕੋਈ ਨਹੀਂ, ਅੱਜ ਤੁਸੀਂ ਮੈਂ ਤਾਂ ਨਹੀਂ ਕੀ ਬੋਲਤਾ, ਦੱਸੋ ਕੋਈ ਗੱਲ ਸਵਾਲ ਹੈ ਤੇ ਕਹਿ ਦਿਓ। ਅੱਜ ਵੀ ਜੀ ਕੈਬਨਿਟ ਮੀਟਿੰਗ ਦੀ ਥੋੜੀ ਜਿਹੀ ਡਿਟੇਲ ਆ ਗਈ ਸੀ, ਖਤਮ ਹੋ ਗਈ ਆ ਕੀ ਫੈਸਲਾ, ਨਾਲ ਇਹ ਵੀ ਪਤਾ ਲੱਗ ਜੂਗਾ। ਚਲੋ ਤੁਸੀਂ ਚਾਹ ਪੀ ਲਓ, ਅਸੀਂ ਇੱਥੇ ਬੈਠੇ ਹਾਂ, ਵੀ ਡਿਮਾਂਡ ਚਾਹ ਪੀ ਲਓ, ਇੱਥੇ ਬੈਠੋ ਪੁੱਜੀ ਚਾਹ ਕਰ ਤੁਸੀਂ ਵੀ ਪੀ ਲਓ, ਅਸੀਂ ਪੀ ਲਓ। ਵੇਟ ਕਰਨਾ ਚਾਹੁੰਦੇ ਹੋ ਕੈਬਨਿਟ ਦੇ ਕੋਈ ਟਿੱਪਣੀ ਚਾਹੁੰਦੇ ਹੋ ਕਿ ਉਹ ਨਹੀਂ ਤਾਂ ਕੋਈ ਨਹੀਂ? ਤੁਸੀਂ ਵੀ ਦੱਸ ਦਿਓ ਵੀ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਕੈਬਨਿਟ ਦੇ ਅੰਦਰ ਡਿਮਾਂਡ ਵੀ ਕਰੂੰਗਾ ਕਿ ਇਹਦੀ ਟਾਈਮ ਬਾਉਂਡ ਇਨਕੁਆਇਰੀ ਹੋਣੀ ਚਾਹੀਦੀ ਹੈਗੀ ਹੈ। ਕਿਸ ਤਰ੍ਹਾਂ ਦੀ ਟਾਈਮ ਬਾਉਂਡ ਇਨਕੁਆਇਰੀ? ਤੁਸੀਂ ਚੱਲ 2 ਮਿੰਟ ਕਹਿ ਦਿਓ, ਕੋਈ ਗੱਲ ਨਹੀਂ, ਉਹਨਾਂ ਨੇ ਸ਼ਾਰਟ ਮਾਰ ਉਹ ਮਾਈਕ ਰੱਖੀ ਆ ਗਈ। ਚਲੋ ਬੋਲੋ ਤੁਹਾਡਾ। ਚੀਫ ਸੈਕਟਰੀ ਨੇ ਮਾਫੀ ਮੰਗੀ ਹੈ। ਹਾਂਜੀ, ਚੀਫ ਸੈਕਟਰੀ ਨੇ ਵੀ ਮਾਫੀ ਮੰਗ ਲਈ। ਇਹ ਤਾਂ ਜੀ ਤੁਹਾਨੂੰ ਦੱਸਿਆ कि चीफ सेक्रेटरी ने माफ़ी मांग ली, पता नहीं वो तो माफ़ी मांग ली सारे वजीरा ने। ये तो अंदर क्या हुआ आपको तो नहीं ना पता है, तो आपको जो बता रहे हैं वो है। मेरे को तो लगता है ये पैरी पड़ गए होंगे चीफ सेक्रेटरी के, हमारी जान छोड़ो। हाँ जी, फिर वही बात आ गई जी, अंदर क्या हुआ है क्या नहीं हुआ, ये तो आपको वो बुला रहे हैं जो पब्लिक कंजम्पशन के लिए अच्छी लगती है। मगर बात था एक्साइज की लूट का रौला, और 5600 करोड़ का घाटा जो खजाने को हुआ है उसकी बात तो नहीं ना करी। और अब अंदर माफ़ी मंत्रियों ने उनसे मांगी या उन्होंने मंत्रियों से मांगी है, तो भगवान जानता है जी, जहाँ आपको और मेरे को क्या पता। जिस तरह किया जा रहा ਸੀਗਾ ਕਿ ਬਾਰ-ਬਾਰ ਵੀ ਕਿਹਾ ਗਿਆ ਕਿ ਅਸੀਂ ਨਹੀਂ ਜਾਵਾਂਗੇ, ਚੀਫ ਸੈਕਟਰੀ ਦੇ ਨਾਲ ਨਹੀਂ ਬੈਠਾਂਗੇ, ਇਹਦਾ ਮਤਲਬ ਵੀ ਸਰੈਂਡਰ ਕਰਤਾ ਮੰਤਰੀ, ਜਿਹੜੇ 3 ਮੰਤਰੀ ਸੀਗੇ ਉਹਨਾਂ ਨੂੰ। देखो ਇਹਦੇ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਿਹੜਾ ਇਹ 5600 ਕਰੋੜ ਦੀ ਲੁੱਟ ਸੀ ਉਹਦੀ ਸਹਿਮਤੀ ਹੋ ਗਈ ਹੈ ਜੀ। ਕਿਤੇ ਨਾ ਕਿਤੇ ਹਿੱਸਾ ਪੱਤੀ ਦੀ ਜਿਹੜਾ ਹਿੱਸੇ ਦਾ ਰੌਲਾ ਸੀ ਉਹ ਫੈਸਲਾ ਹੋ ਗਿਆ, ਇਸ ਲਈ ਗੱਲ ਮੁੱਕ ਗਈ। ਖਜ਼ਾਨੇ ਨੂੰ ਭਾਵੇਂ ਚੂਨਾ ਲੱਗ ਗਿਆ, ਖਜ਼ਾਨੇ ਪੰਜਾਬ ਦਾ ਲੁੱਟਿਆ ਗਿਆ, ਖਜ਼ਾਨੇ ਨੂੰ ਨੁਕਸਾਨ ਪਹੁੰਚਿਆ, ਮਗਰ ਜੋ ਕਾਂਗਰਸ ਦੇ ਲੀਡਰ ਸਾਹਿਬਾਨ ਸਨ ਉਹਨਾਂ ਦਾ ਕਿਉਂਕਿ ਘਰ ਪੂਰਾ ਹੋ ਗਿਆ ਤੇ ਲੜਾਈ ਇਹਨਾਂ ਦੀ ਮੁੱਕ ਗਈ। ਚੀਫ ਸੈਕਟਰੀ ਸਾਹਿਬ ਨੇ ਉਸ ਦਿਨ ਵੀ ਜੋ ਖਬਰਾਂ ਲੱਗੀਆਂ ਸਨ ਉਹ ਇਹੀ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਨਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਜਿਹਦੇ ਨਾਲ ਖਜ਼ਾਨੇ ਦਾ ਨੁਕਸਾਨ ਹੋ ਰਿਹਾ, ਉਹ ਮੁੱਦਾ ਤਾਂ ਐਜ਼ ਇਟ ਸਟੈਂਡ ਕਰਦਾ। ਬੀਜਾਂ ਦਾ ਵੀ ਜਿਹੜਾ ਕਿਸਾਨਾਂ ਦਾ ਕਿਉਂਕਿ ਕਾਫੀ ਅਹਿਮ ਮਸਲਾ ਵੀ ਸੀਗਾ, ਉਹ ਵੀ ਵਿੱਚ ਹੀ ਹੋ ਗਿਆ। ਨਹੀਂ, ਬੀਜਾਂ ਦਾ ਵਾਸਤੇ ਤੇ ਜਿਵੇਂ ਚੀਮਾ ਸਾਹਿਬ ਨੇ ਆਈ ਥਿੰਕ ਬੜੇ ਵਿਸਤਾਰ ਨਾਲ ਗੱਲ ਕਰਤੀ ਹੈ ਕਿ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਧੋਖਾਧੜੀ ਹੋ ਰਹੀ ਹੈ, ਪੰਜਾਬ ਦੇ ਕਿਸਾਨ ਦੇ ਨਾਲ ਜਿਸ ਤਰੀਕੇ ਦਾ ਫਰਾਡ ਹੋ ਰਿਹਾ, ਪੰਜਾਬ ਦੇ ਕਿਸਾਨਾਂ ਨੂੰ ਨਕਲੀ ਬੀ, ਜਿਹੜਾ ਬੀ ਹੈ ਹੀ ਨਹੀਂ, ਉਹ ਪਤਾ ਨਹੀਂ ਕੀ ਪੈਕ ਕਰਕੇ ਵੇਚਿਆ ਜਾ ਰਿਹਾ, ਜਿਹਦੇ ਨਾਲ ਪੰਜਾਬ ਦਾ ਕਿਸਾਨ ਹੋਰ ਫਾਈਨੈਂਸ਼ੀਅਲ ਸੰਕਟ 'ਚ ਤੇ ਹੋਰ ਖੁਦਕੁਸ਼ੀ ਦੇ ਰਾਹ 'ਚ ਉਹਨੂੰ ਤੋਰਨ ਦਾ ਕੰਮ ਸਰਕਾਰ ਦੇ ਮੰਤਰੀ ਤੇ ਉਹਨਾਂ ਦੇ ਚੇਤੇ ਕਰ ਰਹੇ ਆ। ਉਸ ਗੱਲ ਦਾ ਪਰਚਾ ਅਸੀਂ ਨਹੀਂ ਕਰਾਇਆ, ਇੱਕ ਕਿਸਾਨ ਦੀ ਸ਼ਿਕਾਇਤ ਤੇ ਐਗਰੀਕਲਚਰ ਮਹਿਕਮੇ ਨੇ ਕਰਾਇਆ, ਔਰ ਉਸ ਮਹਿਕਮੇ ਦੀ ਸ਼ਿਕਾਇਤ ਤੇ 11/5 ਨੂੰ ਜਿਹੜਾ ਪਰਚਾ ਹੋਇਆ ਹੋਵੇ 15-20 ਦਿਨ ਨਿਕਲ ਗਏ ਆ, ਕੋਈ ਕਾਰਵਾਈ ਨਹੀਂ, ਕੋਈ ਅਰੈਸਟ ਨਹੀਂ। ਅੱਜ ਵੀ ਚਾਹੇ ਉਹ ਬਰਾੜ ਸੀਡਸ ਆ ਜੀਤਾ FIR 'ਚ ਜ਼ਿਕਰ ਹੈ, ਤੇ ਚਾਹੇ ਉਹ ਜਿਹੜਾ ਪ੍ਰੋਡਿਊਸਰ ਹੈ ਕਰਨਾਲ ਸੀਡਸ ਲੱਕੀ ਢਿੱਲੋਂ, ਉਹ ਅੱਜ ਵੀ ਖੁੱਲ੍ਹੇਆਮ ਫਿਰ ਰਹੇ ਆ। ਤੇ ਇਹ ਤੋਂ ਹੀ ਸਪਸ਼ਟ ਹੋ ਜਾਂਦਾ ਹੈ
नहीं तो जिवें चीमा साहब ने गल की है किसी ते सधारण 751 का परचा हो जो भी घर छड्ड के भज जांदा, मगर जिते 420 लगी होवे, एसेंशियल कमोडिटीज़ एक्ट लगे होण, नॉन बेलेबल वारंट इशू, नॉन बेलेबल धारावां लगियां होण, वो अज भी बड़े मौज नाल प्रैस कॉन्फ्रेंस कर रहा है, तो उस तो ही स्पष्ट हो जाता है कि ओदी सरकारे दरबारे दबदबा किन्ना है। और तुसीं टाइमिंग वेखो किड्डी वधिया, 12:30 बजे वो लक्की कबूतर लाइव हो रहा, तो इत्थों ही 12:30 बजे मंत्री साहब लाइव हो रहे। तो मैनू नहीं समझ आई कि मंत्री साहब कितने मुनीम लगे ਉਹਦੀ दुकान ਤੇ क्या की चक्कर है, ਉਹਦੇ बिल विखाई जाते सी। मैं तो पहली बारी वेख्या चीमा साहब ने जे पहला कदे ਇਹ जी काम वेख्या होवे, ਉਹਦੀ बिल बुक चुकी फिरदे आ ਉੱਥੇ अपना अंदर सैकटरीएट 'ਚ। ਤੇ ਉਹਨੂੰ ਕੀ ਚਾਹੀਦਾ, जब मंत्री ਉਹਦਾ स्पोक्सपर्सन बन जे तो फिर तो काम स्पष्ट ही हो गया। ਜਿਹੜੀ ਗੱਲ ਅਸੀਂ ਦੱਸਣਾ ਚਾਹੁੰਦੇ ਸੀ ਉਹਨਾਂ ਨੇ ਆਪ ਹੀ ਦੱਸਤੀ ਸਾਡੀ ਨੇੜਤਾ ਕਿੰਨੀ। देखो बिल्कुल थोड़ी गल ठीक है। पहली गल कार्रवाई होवे जिन्हां ने, देखो अज कस्टोडियल इंटैरोगेशन की लोड़ है, तुसी बी बेचिया किन्ना, और आपां एक दुकान की गल करी जा रहे, ये बीज के स्टोर तो हर जिले च किन्ने किन्ने ने, और इन्हें एक जगह नहीं सप्लाई की, इन्हें अनेका जगह सप्लाई की है। और जे सरकार उस गल नूं लुकाऊगी फिर थोड़े कोल वो प्रूफ भी रखांगे सारे लिया के। और उस लिए मैं गल कह रहा कि बीज सप्लाई होया किन्नियां नूं, किहड़े किहड़े फार्मर कोल गया, उस फार्मर तक पहुँच करके उस फार्मर नूं भरपाई करनी सरकार की वड्डी जिम्मेवारी। कल पर फार्मर नूं फाइनैंशियल लॉस हो गया, तुसीं तां आप उहनूं खुदकुशी वाल तोर रही है सरकार, उहदे ते कोई कार्रवाई नहीं। और दुख है इस गल दा। जिस तरह हुण सिੱਧੀ ਬਿਜਾਈ ਪੰਜਾਬ ਦੇ ਵਿੱਚ 80 ਤੋਂ 90% किसान ਸਿੱਧੀ ਬਿਜਾਈ कर रहे हैं, ਉਹ ਸਿੱਧਾ ਬੀਜ ਜਿਹੜਾ ਖੇਤਾਂ ਦੇ ਵਿੱਚ ਪੈ ਰਿਹਾ, ਨਾ ਕਿ ਬਹੁਤ ਪੈ ਰਹੀ ਹੈ, ਉਹਦੇ ਨਾਲ ਕਾਫੀ ਵੱਡਾ ਨੁਕਸਾਨ ਨਹੀਂ ਹੋਊਗਾ ਕਿਸਾਨ। देखो बार बार ये गल चली है जी, किसान नूं पहला तो नकली भी बेच के लुटिया जा रहा है, और फिर किसान नूं जो खर्चे पै रहे हैं, चाहे वो डायरैक्ट सीडिंग मशीन है, वो कोई सस्ती तो है नहीं, उस पर भी खर्चा है, वो कोई सबसिडी नहीं। और जे कोई लेबर भी उन्होंने अज दुगने दुगने रेटा ते मिल रही है, जे मिल रही है 6-6 हज़ार 7-7 हज़ार ते लेबर पहुँच गई। किसान नूं फाइनैंशियल जिहड़ी डिफिकल्टीज आ रही ने, ਉਹਦਾ ਕੰਮ ਹੌਲਾ ਕਰਨ ਵਾਸਤੇ, ਉਹਨੂੰ ਫਾਈਨੈਂਸ਼ੀਅਲ ਸਬਸਿਡੀ ਦੇਣ ਵਾਸਤੇ, ਚਾਹੇ ਮਸ਼ੀਨ ਤੇ ਚਾਹੇ ਉਹਦਾ ਜਿਹੜਾ ਵੱਧ ਲੇਬਰ ਦਾ ਵਾਧੂ ਖਰਚ ਪੈ ਰਿਹਾ, ਉਹਦੇ ਵਾਸਤੇ ਤਾਂ ਸਰਕਾਰ ਚਿੰਤਿਤ ਹੀ ਨਹੀਂ। ਸਰਕਾਰ ਦੇ ਆਲਾ ਵਜ਼ੀਰ, ਪਹਿਲੀ ਗੱਲ ਤਾਂ ਇਸ ਗੱਲ ਦੀ ਵਧਾਈ ਹੈ ਕਿ ਜਿਵੇਂ ਚੀਮਾ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਮੰਤਰੀ ਸੈਟਰਡੇ ਨੂੰ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਨਾ ਸੰਡੇ ਲੱਭਿਆ, ਨਾ ਮੰਡੇ ਲੱਭਿਆ, ਨਾ ਟਿਊਜ਼ਡੇ ਲੱਭਿਆ, ਅੱਜ ਔਖੇ ਸੌਖੇ ਉਹਦੇ ਦਰਸ਼ਨ ਤਾਂ ਹੋਏ। और दर्शन सिर्फ इसलिए होए क्योंकि मैनू पता लग्या कि जदों उन्होंने कहा कि तेनों जवाब देना पैना, नहीं तो वह भजदा फिरदा सी। 4 दिन का कवर अप ऑपरेशन वो चला रहे है, लोड़ पई वो भी मैं जनतक करूँगा कवर ऑपरेशन किहड़ा चलाया। ये ना समझण कि किते धारों वाली ते बैठ के कवर अप ऑपरेशन चलदा सी ते मजीठीए नूं नहीं पता लग्या। मजीठीए दा बंदा उहदे नाल बैठिया, और मेरा मसला उहदे नाल कोई नहीं भरा, मेरे तां किसान दे नाल धोखाधड़ी, किसान बच जाए, मेरा मसला उत्थे तक है। और ਜਿਹੜੇ लोग किसान की लुट ਜਿਹੜੇ ਵਪਾਰੀ कर रहे हैं, ਉਹਨਾਂ ਨਾਲ ਜੇ ਖਲੋਵੇ ਤੇ ਸੁਭਾਵਿਕ ਹੈ, ਫਿਰ ਕੋਈ ਹੋਵੇ ਜਿੱਡਾ ਮਰਜ਼ੀ ਤਾਕਤਵਰ ਹੋਵੇ, ਮੈਨੂੰ ਕੀ ਹੈ ਜੀ। सरकार इंक्वायरी, मेरा भी परचा दर्ज करके, नॉन अवेलेबल परचा दर्ज करके जब कार्रवाई नहीं हो रही, लोग प्रैस कॉन्फ्रेंसा कर रहे हैं, उसकी दुकान भी खुली है जिते परचा दर्ज है। इस तो ही स्पष्ट है कि की सरकार ने करना। कोई देखो गुस्सा ना करियो, किसी ते 751 लग जाए, 323 लग जाए, 25-26 लग जाए, लभदा नहीं। तो जिन्हां ते 420 दर्ज होवे, हले कई धारावां उत्ते लाइयां ही नहीं, उसकी मदद पहले ही करती है। फौजरी की कई धारावां बनदियां जिहड़ियां नहीं लाइयां, वो तां भी उत्थे मौज नाल बैठा प्रैस कॉन्फ्रेंसा कर रहा। आफ्टर ऑल सरकार की शहद ही कर रहा ना, वजीर साहब की शहद ते कर रहा, नहीं तो कर ही नहीं सकता।
ਡਿਪਾਰਟਮੈਂਟ ਦੇ ਐਗਰੀਕਲਚਰ ਮਿਨਿਸਟਰ ਸੀਐਮ ਨੇ ਉੱਥੋਂ ਲੀਕ ਹੋਇਆ ਪਿਛਲੇ ਸਾਲ ਵੀ ਇਹੀ ਬੀਜ ਮਾਰਕੀਟ ਹੋਈ ਹੈ ਜੀ, ਮੰਡੀਆਂ ਦੇ ਵਿੱਚ ਵਿਕਿਆ। ਜਿਹੜੀ ਇਹਦੀ ਸਰਟੀਫਾਈਡ ਕੀਤਾ ਡਿਪਾਰਟਮੈਂਟ ਨੇ, ਇਹਨੂੰ ਹੋਰ ਨਾਮ ਤੇ ਵੇਚਿਆ ਗਿਆ। ਇਸ ਵਾਰ 130 129 ਸੀਗਾ ਇਹਦਾ ਨਾਮ। ਉਹ ਉਸ ਲੈਵਲ ਤੇ ਆਪਾਂ ਕਿਉਂ ਨਹੀਂ ਇਨਕੁਆਇਰੀ ਜਿਹੜੀ ਭਾਲਦੇ ਕਿ ਅੰਦਰੋਂ ਲੀਕ ਕਿਵੇਂ ਹੋਇਆ 10 ਦੇਖੋ ਮੈਂ ਬਾਰ-ਬਾਰ ਗੱਲ ਕਹਿ ਰਿਹਾ ਜੀ, ਕਸਟੋਡੀਅਲ ਇੰਟਰੋਗੇਸ਼ਨ। ਉਹ ਕਿਉਂ ਕਹਿ ਰਿਹਾ? ਤੁਹਾਡੇ ਕੋਲ ਕਿਸੇ ਚੀਜ਼ ਦੀ ਰਿਕਵਰੀ ਹੋਈ ਇੱਕ ਬੀ ਦੀ, ਜਿਹੜਾ ਬੀ ਬਾਹਰ ਨਹੀਂ ਵਿਕ ਸਕਦਾ ਸੀ, ਹੁਣ ਉਹਦੇ ਕੋਲ ਆਇਆ ਕਿੱਥੋਂ ਉਹ ਦੱਸ ਸਕਦਾ। ਉਹ ਜਦ ਅਗਲੇ ਬੰਦੇ ਦਾ ਨਾਂ ਦੱਸੂਗਾ ਫਿਰ ਤੁਸੀਂ ਲੱਖੀ ਤੱਕ ਪਹੁੰਚੋਗੇ। ਜਦ ਲੱਖੀ ਨੂੰ ਪੁੱਛੋਗੇ ਉਹਦੇ ਕੋਲ ਕਿਹੜੇ ਕਿਹੜੇ ਅਫਸਰਾਂ ਨਾਲ ਮਿਲੀ ਭੁਗਤ ਹੋਈ, ਜੇ ਕਿਸੇ ਨੂੰ ਫੜੋਗੇ ਪੁੱਛੋਗੇ ਫੇਰ ਹੀ ਉਹਦਾ ਚੇਨ ਬਣਾਓਗੇ ਨਾ ਜੀ। ਇੱਥੇ ਤਾਂ ਫੜਦੀ ਕਿਸੇ ਨੂੰ ਨਹੀਂ, ਉਹ ਤਾਂ ਮੌਜ ਨਾਲ ਪ੍ਰੈਸ ਕਾਨਫਰੰਸਾਂ ਕਰ ਰਹੇ ਅੱਗੇ। ਇਹਦੇ ਵਿੱਚ ਐਗਰੀਕਲਚਰ ਮਿਨਿਸਟਰ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਰੋਲ ਹੋਇਆ ਫਿਰ ਨਹੀਂ, ਮੈਂ ਤਾਂ ਬੇਨਤੀ ਕਰ ਰਿਹਾ ਜੀ ਕੋਈ ਹੋਵੇ, ਔਰ ਇਹਦੇ 'ਚ ਜਿਹੜੀ ਤਦੇ ਇੰਡੀਪੈਂਡੈਂਟ ਇਨਕੁਆਇਰੀ ਦੀ ਮੰਗ ਕਰ ਰਹੇ ਆ। ਔਰ ਲਾਪਰਵਾਹੀ ਤਾਂ ਵੇਖਣ ਨਹੀਂ ਵੇਖ ਰਹੀ ਆ ਜੀ, ਸਾਹਮਣੇ ਆ। ਔਰ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਸ਼ੈ ਹੈ, ਉਹ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਨ ਦੇ ਤਰੀਕੇ ਨਾਲ ਹੀ ਪਤਾ ਲੱਗ ਰਿਹਾ। ਇਹ ਪ੍ਰੈਸ ਕਾਨਫਰੰਸ ਦੇ ਸੁਨੇਹੇ ਵੀ ਕਿਸੇ ਹੋਰ ਨੇ ਨਹੀਂ ਲਾਏ, ਇਹਨਾਂ ਨੇ ਲਾਏ। ਉਹਨੂੰ ਵਿਚਾਰੇ ਨੂੰ ਕੌਣ ਜਾਣਦਾ ਪ੍ਰੈਸ ਵਾਲੇ ਨੂੰ? ਉਹ ਤਾਂ ਸਾਰਾ ਕੁਝ ਕਰਾਇਆ, ਔਰ ਉਹੀ ਗੱਲਾਂ ਉਹਨੇ ਉੱਥੇ ਕੀਤੀਆਂ, ਉਹ ਗੱਲਾਂ ਵਜ਼ੀਰ ਨੇ ਇੱਥੇ ਕਰਤੀਆਂ। ਮਤਲਬ ਜੇ ਤੁਸੀਂ ਵੀ ਫੋਟੋ ਨਾ ਵੇਖੋ ਤੇ ਕਹੋਗੇ ਕਿ ਸ਼ਾਇਦ ਉਹੀ ਬੰਦਾ ਕਰੀ ਜਾਂਦਾ ਉਧਰ ਵੀ। ਗੱਲ ਤਾਂ ਕੋਈ ਵੱਖਰੀ ਕੀਤੀ ਨਹੀਂ, ਦੋਵਾਂ ਨੇ ਸਲਾਹ ਨਾਲ ਹੀ ਗੱਲ ਕੀਤੀ ਆ। 4 ਦਿਨ ਲੱਗ ਗਏ ਸਲਾਹ ਕਰਦੇ ਨੂੰ, ਹੁਣ ਬੋਲ ਪਏ। ਚਲੋ ਬੋਲ ਪਏ, ਇਸ ਗੱਲ ਦਾ ਸ਼ੁਕਰ। ਕੋਈ ਨਾ ਬੀਬੀ ਜੀ, ਬਾਲਾ ਫਿਕਰ ਨਾ ਕਰੋ। ਦਰਸ਼ਨ ਲਾਲ ਦੀ ਹਰਕਤਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ, ਸਾਰੀਆਂ ਦੱਸਾਂਗੇ। ਕੀਤਾ ਪਰਚੇ ਤੇ ਜਾ ਕੇ ਦੱਸਾਂਗੇ ਉੱਥੇ ਕੋਰਟ 'ਚ। ਸਾਨੂੰ ਨਾ ਇਹ ਦਰਸ਼ਨ ਕੇ ਹੋਰ ਨੂੰ ਕਰੇ, ਜਦੋਂ ਸਾਖੀ ਕਾਗਜ਼ਾਂ ਦੇ ਦਰਸ਼ਨ ਕਰਾਏ ਤਾਂ ਫਿਰ ਭੱਜਿਆ ਫਿਰੂਗਾ। ਹੈਂ? ਲੱਖੀ ਕਬੂਤਰ ਪਿੱਛੇ ਹੋਰ ਕਿਹੜਾ ਲੱਗਦਾ ਤੁਹਾਨੂੰ? 4 ਦਿਨ ਧਾਰ ਵਾਲੀ ਬਹਿ ਕੇ ਉਹਦੇ ਨਾਲ ਸਲਾਹ ਕੀਤੀ ਆ। ਔਰ ਤੁਸੀਂ ਦੋਵਾਂ ਦੀ ਪ੍ਰੈਸ ਕਾਨਫਰੰਸ ਵੇਖ ਲਓ, ਜੇ ਅੱਖਰ ਦਾ ਵੀ ਫਰਕ ਹੋਵੇ, ਉਹੀ ਚੀਜ਼ਾਂ ਉਹ ਵਿਖਾਉਣ ਡਿਆ, ਉਹ ਚੀਜ਼ਾਂ ਇਹ ਵਿਖਾਉਣ ਡਿਆ। ਹਾਂਜੀ, ਫੜ ਕੇ ਕੋਈ ਪੁੱਛੂ ਪਾਛੂਗਾ ਫੇਰ ਹੀ ਗੱਲ ਨਿਕਲੂ ਅੱਗੇ। ਹਾਲੇ ਤੱਕ ਤਾਂ ਇਹਨਾਂ ਦੋਵਾਂ ਦੀ ਤਾਂ ਪੱਕੀ ਆਪਸ 'ਚ ਮਿਲੀ ਭੁਗਤ। ਮੈਨੂੰ ਤਾਂ ਐਂ ਲੱਗਦਾ ਜਿਵੇਂ ਰੰਧਾਵਾ ਜੀ ਨੂੰ ਉਹਦਾ ਸੇਲਸਮੈਨ ਰੱਖਿਆ ਹੋਇਆ ਉਹਨੇ ਆਪ ਦਾ। ਪਤਾ ਲੱਗਿਆ ਸੀ ਉਹ ਫੰਡਿੰਗ ਜਿਹੜੀ ਹੈਗੀ ਆ ਇਲੈਕਸ਼ਨਾਂ ਮੌਕੇ ਸਾਰੀ ਪਾਰਟੀਆਂ ਨੂੰ ਕਰਨ ਲੱਗੇ। ਦੇਖੋ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਜੀ, ਇਹ ਬੇਨਾਮੀ ਸੀਡ ਪ੍ਰੋਡਿਊਸਿੰਗ ਕੰਪਨੀ ਹੈ ਹੀ ਸੁੱਖੀ ਰੰਧਾਵੇ ਦੀ। ਤਦੇ ਇਹਨਾਂ ਦੀ ਬੋਲੀ, ਲਾਇਸੈਂਸ ਵੇਖੋ। ਕਿਸੇ ਨੂੰ ਲਾਇਸੈਂਸ ਕਦੋਂ ਇਸ਼ੂ ਹੋਇਆ, ਕਿਵੇਂ ਹੋਇਆ, ਤੁਹਾਨੂੰ ਮੈਨੂੰ ਕਿੱਥੋਂ ਪਤਾ ਲੱਗ ਸਕਦਾ ਜੀ? ਜੇ ਤੁਹਾਡਾ ਕੰਮ ਹੀ ਨਹੀਂ ਤੇ ਤੁਹਾਨੂੰ ਕਿੱਥੋਂ ਪਤਾ ਲੱਗਣਾ? ਔਰ ਐਡੀ ਮਿਸਲੀਡਿੰਗ ਗੱਲਾਂ ਕਰਨੀਆਂ ਫੈਕਟਸ ਦੀਆਂ। ਲਾਇਸੈਂਸ, ਜਿਵੇਂ ਆ ਚੀਮਾ ਸਾਹਿਬ ਨੇ ਕਿਹਾ, ਲਾਇਸੈਂਸ ਦੇ ਉੱਤੇ ਤਾਂ ਪ੍ਰੋਬਲਮ ਹੀ ਕੋਈ ਨਹੀਂ ਜੀ। ਲਾਇਸੈਂਸ ਤਾਂ ਕੋਈ ਵੀ ਜਾ ਕੇ ਲੈ ਲਵੇ, ਔਰ ਕੋਈ ਸਰਕਾਰ ਨਹੀਂ ਦਿੰਦੀ। ਇਹ ਕੋਈ ਵੱਡੀ ਫੈਕਟਰੀ ਦਾ ਲਾਇਸੈਂਸ ਨਹੀਂ, ਇਹ ਤਾਂ ਜਿਹੜਾ ਡਿਪਟੀ ਡਾਇਰੈਕਟਰ ਐਗਰੀਕਲਚਰ ਹੈ ਉਸ ਦੇ ਲੈਵਲ 'ਤੇ ਹੀ ਦਿੱਤਾ ਜਾਂਦਾ ਹੈ। ਸਰਕਾਰਾਂ ਦਾ ਇਹਦੇ ਨਾਲ ਕੋਈ ਕੰਮ ਨਹੀਂ। ਮਗਰ ਉਸ ਗੱਲ ਨੂੰ ਵੀ ਕਹਾਣੀ ਨੂੰ ਪੇਸ਼ ਕਰਨਾ ਬੜੇ ਤਰੀਕੇ ਨਾਲ। ਗੱਲ ਲਾਇਸੈਂਸ ਦੀ ਨਹੀਂ, ਗੱਲ ਹੈ ਕਿ ਜਿਹੜਾ ਬੀ ਹੈ ਹੀ ਨਹੀਂ, ਉਹ ਬੀ ਤੁਸੀਂ ਵੇਚੀ ਕਿੱਥੋਂ ਜਾਂਦੇ? ਜਿਹੜਾ ਕਿਸਾਨੀ ਨਾਲ ਫਰਾਡ ਹੈ ਉਹਦੀ ਤਾਂ ਗੱਲ ਕੀਤੀ ਕੋਈ ਨਹੀਂ। ਔਰ ਮੈਂ ਇੱਕ ਤੁਹਾਨੂੰ ਹੋਰ ਫੋਟੋ ਵਿਖਾ ਦਿਆਂ, ਆ ਮੈਂ ਲਈ ਫਿਰਦਾ। ਤੁਸੀਂ ਵੇਖੋ ਇਹ ਸਿਸਟਮ ਚੱਲਿਆ ਕਿਵੇਂ ਹੈ ਸਾਰਾ। 2-3 ਅਖਬਾਰਾਂ 'ਚ ਇਹਦੀ ਖਬਰ ਲੱਗੀ ਆ ਜੀ। ਆ ਸੱਚ ਆ ਰਹੇ ਜੀ। ਆ ਇੱਕ ਇਹਨਾਂ ਦਾ ਵੱਡਾ ਜਿਹੜਾ ਚੇਅਰਮੈਨ ਕਹਿੰਦੇ ਲਾਉਣਾ ਕੀ ਲਾਤਾ, ਝੋਨੇ ਦੀ ਨਵੀਂ ਕਿਸਮ PR 129 ਤਾਂ PAU ਵੱਲੋਂ ਸੋਧ ਕਰਕੇ ਉਹਨੂੰ ਲਾਇਆ ਕਰੋ 27 ਅਪ੍ਰੈਲ ਨੂੰ। ਜਿਹੜੀ 128 129 ਵੈਰਾਈਟੀ ਲਾਈ ਜਾਵੇ, PAU ਨੇ ਦੱਸੇ, ਕਿਉਂਕਿ PAU ਕੱਲੀ ਦੇ ਰਹੀ ਹੈ, ਔਰ ਤਾਂ ਕੋਈ ਦੇ ਨਹੀਂ ਰਹੀ, ਬੜੇ ਛੋਟੇ ਮਾਤਰਾ 'ਚ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚੋਂ। ਉਹ ਦੱਸਣ ਤੇ ਠੀਕ ਹੈ, ਮਗਰ ਉਹਨਾਂ ਦੀ ਜਿਹੜੀ ਕਿਉਂਕਿ ਬਕਾਉਣੀ ਸੀ ਲੱਖੀ ਦੀ, ਔਰ ਲੱਖੀ ਦੀ ਤਾਂ ਤਦੇ ਵਿਕ ਸਕਦੀ ਸੀ ਜੇ ਕੋਈ ਪ੍ਰਚਾਰ ਚੱਲੇ ਉਹਦਾ ਵਰਡ ਆਫ ਮਾਊਥ ਨਾਲ, ਕੋਈ ਮੂੰਹ ਨਾਲ ਪ੍ਰਚਾਰ ਕਰੇ। ਤੇ ਪ੍ਰਚਾਰਕ ਕਿਹੜੇ ਬਣੇ ਆ?
ਤਗੜੇ ਤਗੜੇ ਕਾਂਗਰਸੀ ਜਿਹੜੇ ਇਹਨਾਂ ਦੇ ਨਾਲ ਗੱਡੀ 'ਚ ਪੱਕੇ ਰਹਿੰਦੇ ਆ। ਮੈਂ ਤੁਹਾਨੂੰ ਅਖਬਾਰਾਂ ਦੀ ਕਟਿੰਗ ਵਿਖਾ ਰਿਹਾ, ਕਿਸੇ ਹੋਰ ਨੇ ਪ੍ਰਚਾਰ ਨਹੀਂ ਕੀਤਾ। ਕਿ ਇੱਥੇ ਇੱਕ ਹੋਰ ਹੈ ਜਿਹੜਾ ਬੰਦਾ ਆ ਬੈਠਿਆ ਨਾਲ ਇਹਨਾਂ ਦੇ, ਆ ਇਸ ਫੋਟੋ 'ਚ ਜਿੱਚੋ ਕਹਿ ਰਿਹਾ ਨਾ ਮੇਰੇ ਮਾਏ ਹੋਮ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਐਂਡ ਵਿਜੇਂਦਰ ਸਿੰਗਲਾ ਜੀ, ਆ ਬੰਦਾ ਵਿਚਕਾਰ ਬੈਠਿਆ, ਠੀਕ ਹੈ ਜੀ। ਉਹ ਪ੍ਰਚਾਰ ਕਰ ਰਿਹਾ। ਇੱਥੇ ਮੈਂ ਤੁਹਾਨੂੰ ਅਖਬਾਰ ਦਾ ਕਟਿੰਗ ਵਿਖਾਉਣਾ, ਆ ਇਹਦੇ 'ਚ ਆ ਲਓ, 30 ਅਪ੍ਰੈਲ ਨੂੰ ਉਹ ਕਰੀ ਜਾ ਰਿਹਾ। ਜਾਂ ਤਾਂ ਇਹ ਬੰਦੇ ਇਹ ਵੀ ਦੱਸਦੇ ਕਿ ਇਹ ਬੀ ਮਿਲ ਹੀ ਨਹੀਂ ਸਕਦਾ, ਇਹ ਬੀ ਤਾਂ ਕੱਲਾ ਪ੍ਰੋਡਿਊਸਰ ਉਸ ਏਰੀਏ 'ਚ ਲੱਖੀ ਕਬੂਤਰ ਹੀ ਸੀ, ਹੋਰ ਤਾਂ ਕੋਈ ਸੀ ਨਹੀਂ। ਹੁਣ ਉਹਦਾ ਮਾਲ ਵੇਚਣਾ ਸੀ, ਉਹਦਾ ਮਤਲਬ ਸੇਲਸਮੈਨ ਦਾ ਵੀ ਕੰਮ ਕਾਂਗਰਸੀਆਂ ਨੇ ਕੀਤਾ। ਜਦੋਂ ਯੂਨੀਵਰਸਿਟੀ ਦੀ ਬਾਰ-ਬਾਰ ਇਹ ਗੱਲ ਆਈ ਕਿ ਸਾਡੇ ਕੋਲ ਕਿਲੋ 2-2 ਕਿਲੋ ਦੇਣੇ ਸੀ, ਉਹ ਵੀ ਤਾਂ ਲੈ ਗਏ ਕਿਸਾਨ। ਹੁਣ ਦੂਜਾ ਵੀ ਜਿਹੜੇ ਪ੍ਰੋਡਿਊਸਰ ਨੇ ਗਲਤ ਬਣਾਇਆ ਸੀ ਉਹ ਵਿਕਦਾ ਨਹੀਂ ਸੀ। ਸੋ ਉਹਦੀ ਮਾਰਕੀਟਿੰਗ ਦਾ ਕੰਮ ਵੀ ਇਹਨਾਂ ਦੇ ਬੰਦਿਆਂ ਨੇ ਕੀਤਾ। ਜਿਹੜੇ ਆ ਵਜ਼ੀਰ ਸਾਹਿਬ ਦੇ ਵਿਚਕਾਰ ਜੇ ਬੈਠੇ ਆ, ਇਹ ਹੌਲੀ ਹੌਲੀ ਮੈਂ ਤਾਂ ਚਾਹੁੰਦਾ ਬੋਲਦੇ ਰਹਿਣ, ਮੈਂ ਰੋਜ਼ ਇਹਨਾਂ ਦਾ ਖੁਲਾਸਾ ਕਰੂ। ਆ ਵਿਚਕਾਰ ਬੈਠਿਆ ਜਿਹਨੇ ਇਸ਼ਤਿਹਾਰ ਦਿੱਤਾ, ਦੋਵੇਂ ਵਜ਼ੀਰਾਂ ਦੇ। ਦੇਖੋ ਕੋਈ ਜ਼ਿੰਮੇਵਾਰ ਬੰਦਿਆਂ ਦਾ ਮਿਸਲੀਡ ਕਰਨਾ, ਇਹ ਮੈਂ ਨਹੀਂ ਸਮਝਦਾ ਜ਼ਿੰਮੇਵਾਰੀ ਬਣਦੀ। ਠੀਕ ਹੈ ਸਾਹਿਬ, ਕੱਲ ਤੁਹਾਡੇ ਸਾਰੇ ਜ਼ਿਲ੍ਹੇ ਲੈਵਲ ਤੇ ਕੱਲ ਜਾਂਦੇ ਲੈਣੇ ਹੈਗੇ ਡੀਸੀ ਨੂੰ ਮੰਗ ਕਰ ਰਹੇ ਨੇ ਕਾਰਵਾਈ ਕਰਨ ਦੀ, ਉਸ ਤੋਂ ਬਾਅਦ ਐਕਸ਼ਨ ਕੀ ਹੋਏਗਾ ਪਾਰਟੀ ਦਾ? ਦੇਖੋ ਕੱਲ ਦਾ ਜੋ ਪਾਰਟੀ ਦਾ ਫੈਸਲਾ ਕੱਲ ਕਰ ਦਈਏ, ਉਸ ਤੋਂ ਬਾਅਦ ਜੋ ਪਾਰਟੀ ਡਿਸਾਈਡ ਕਰੂਗੀ। ਸਾਡਾ ਤਾਂ ਮੇਨ ਮਕਸਦ ਸਿਰਫ ਤੇ ਸਿਰਫ ਕਿਸਾਨਾਂ ਨਾਲ ਜਿਹੜੀ ਧੋਖਾਧੜੀ ਹੋ ਰਹੀ ਆ ਉਹ ਨਾ ਹੋਵੇ, ਕਿਸਾਨਾਂ ਨੂੰ ਹੋਰ ਫਾਈਨੈਂਸ਼ੀਅਲ ਸਟ੍ਰੈਸ, ਫਾਈਨੈਂਸ਼ੀਅਲ ਡਿਫਿਕਲਟੀਜ਼, ਫਾਈਨੈਂਸ਼ੀਅਲ ਲਾਸ ਨਾ ਹੋਵੇ। ਕਿਸਾਨਾਂ ਨੇ ਜਿਨ੍ਹਾਂ ਨੂੰ ਨਾਲ ਧੋਖੇ ਨਾਲ ਇਹ ਗਲਤ ਬੀ ਜਿਹੜਾ ਬੀ ਨਹੀਂ ਉਹ ਜਿਹੜਾ ਵੇਚਿਆ ਗਿਆ ਉਹਦੀ ਭਰਪਾਈ ਕਿਵੇਂ ਹੋਵੇ। ਸਾਨੂੰ ਤਾਂ ਉਹਨਾਂ ਗੱਲਾਂ ਨਾਲ ਮਤਲਬ ਹੈ, ਹੋਰ ਸਾਨੂੰ ਕਿਸੇ ਗੱਲ ਨਾਲ ਮਤਲਬ ਨਹੀਂ। ਇਹ ਪੁੱਠੇ ਸਿੱਧੇ ਕੰਮ ਜਿਹੜੇ ਇਹਨਾਂ ਨੇ ਆਪਦੇ ਰਲ ਕੇ ਕਰੀ ਜਾਣ, ਉਹਦੇ ਤੇ ਜੋ ਕਾਰਵਾਈ ਬਣਦੀ ਉਹ ਤਾਂ ਹੋ ਹੀ ਜਾਣੀ ਹੈ ਕਦੇ ਨਾ ਕਦੇ। मैं तो बोल चुका हूँ जी कि कस्टोडियल इंटेरोगेशन हुए, कहाँ कहाँ सीट गया। आप अगर पूछोगे फिर ही पता लगेगा। आपने 15-20 दिन दे दिए हैं, उसने भी अपना माल साफ कर दिया सारा गोडाउन से, और जिस जिस दुकानों पे उसने सीट दुकानों पे दिया था वहाँ से भी माल साफ कर दिया। आप आज जाके किसी दुकान पे अगर जाके पूछोगे करनाल सीट से आपको 128 129 भी आया है, आपको दुकानदार अनजान बन जाएगा, उसने सही बात नहीं बोलनी। इसलिए अगर आप किसानों को बचाना चाहते हो तो आपको कस्टोडियल इंटेरोगेशन करके सच सामने लाना होगा, और फिर उन किसानों तक संपर्क करके उनकी भरपाई करनी पड़ेगी और उनको मुआवजा देना पड़ेगा नए सीड के तौर में। जिस तरह सीड का भी चल रहा, किसान लगातार जी जीरी है बीज भी रहे हैं, लेकिन जितों तक बिजली का समझ हैगा सरकार ने 10 जून तो कही सीधी खेती वास्ते हाले तक 2 ਤੋਂ 3 घंटे बिजली बड़ी घट मिल रही है। देखो ये गल का रौला तो सब जगह ही पै रहा जी। किसान नूं लेबर भी दुगने भाव से मिल रही है, मिल भी नहीं रही। किसान नूं डायरैक्ट सीडिंग मशीनों से भी बड़ा खर्चा करना पै रहा, वो सबसिडी भी नहीं मिल रही, वो मशीनां भी नहीं मिल रही। असीं तां बार-बार ये गल्लां उठा चुके हैं कि ये सारी चीज़ों दे ध्यान करो। नाल ही जिहड़ी बिजली की सप्लाई है उहदा मिनिमम 8 आवर सप्लाई किन्ने बजे तो किन्ने बजे किहड़े ब्लॉक 'च होनी है, सारी गल्लां क्लीयर करनी चाहिए। इस गल का बड़ा वड्डा किसानां 'च रोस। ठीक है जी, थैंक यू।